रीमार्क है फस्ट रीमार्क है W1 ਤੇ W2 both are the contain। ਹੁਣ ਮੈਂ ਕੱਲ ਕਰਾਇਆ ਸੀਗਾ ਜੇ ਪਿਛਲੇ ਲੈਕਚਰ 'ਚ ਕਿ W1 is also the subset of W1 plus W2 ਤੇ W2 is also subset of W1 plus W2 कि अपने को अगर कोई भी W1 वेक्टर स्पेस है या कोई भी W2 वेक्टर स्पेस है वो हमेशा सबसेट होएगी उन्होंने दोनों के सम ਦੇ ਵਿੱਚ। कहते कि W1 and W2 both are the contained in a W1 plus W2। W1 ਤੇ W2 ਦੇ ਵਿੱਚ ਦੋਨਾਂ ਦਾ ਸਮ ਹੋਏਗਾ ਤੇ ਮਤਲਬ ਜੋ W1 ਦੇ ਐਲੀਮੈਂਟ ਹੈ ਉਹ ਵੀ W1 plus W2 ਚ ਹੋਊਗੇ ਤੇ ਜਿਹੜੇ W2 ਦੇ ਐਲੀਮੈਂਟ ਹੈ ਉਹ ਵੀ ਸਾਰੇ W1 plus W2 ਦੇ ਵਿੱਚ ਹੋਊਗੇ। ਤੇ ਨਾਲ ਹੀ ਉਹਨੇ ਕਿਹਾ ਸੀਗਾ ਕਿ ਜਿਹਦੇ ਵਿੱਚ ਇਦਾਂ ਦੇ ਐਲੀਮੈਂਟ ਹੋਊਗੇ ਉਹ ਸਭ ਤੋਂ ਛੋਟੀ ਸਬਸਪੇਸ ਹੋਊਗੀ ਵੈਕਟਰ ਫੀਲਡ FV ਦੀ ਕੰਟੇਨਿੰਗ ਜਿਹੜੇ W1 ਨੂੰ ਵੀ ਬਿਲੋਂਗ ਕਰੇਗੀ ਤੇ W2 ਦੇ ਵੀ ਉਹਦੇ ਐਲੀਮੈਂਟ ਹੋਊਗੇ। ਤੇ ਸੈਕੰਡ ਰੀਮਾਰਕ ਹੈ ਕਿ ਅਗਰ W2 ਦੀ ਥਾਂ ਤੇ ਮੈਂ W1 ਲਿਖ ਦਿੰਦਾ W1 plus W1 ਤੇ ਉਹਦੇ ਵਿੱਚ ਸਿਰਫ W1 ਦੇ ਐਲੀਮੈਂਟ ਹੋਊਗੇ। ਐਂਡ ਇਫ ਅਗਰ W2 is a subset of W1 ਅਗਰ W2 W1 ਤੋਂ ਛੋਟਾ ਹੋ ਜਾਂਦਾ ਹੈ ਜਾਂ ਉਹਦੇ ਬਰਾਬਰ ਹੋ ਜਾਂਦਾ ਹੈ ਇਸ ਸਾਈਨ ਦਾ ਮਤਲਬ ਹੈ ਕਿ W2 ਇਸ ਸੈੱਟ ਤੋਂ ਛੋਟਾ ਆ ਤੇ ਇਸ ਸਾਈਨ ਦਾ ਮਤਲਬ ਹੈ ਕਿ ਇਹ ਦੋਨੋਂ ਇਕੁਅਲ ਵੀ ਹੋ ਸਕਦੇ। ਦੈਨ ਆਪਾਂ ਕਹਿ ਸਕਦੇ ਹਾਂ ਕਿ W1 plus W2 ਇਕੁਅਲ ਟੂ ਹੋਏਗਾ W1 ਦੇ। ਜਿਹੜਾ ਵੱਡਾ ਸੈੱਟ ਹੋਏਗਾ W1 plus W ਉਹਦੇ ਬਰਾਬਰ ਹੋ ਜਾਏਗਾ। ਹੁਣ ਵੈਰੀ ਇੰਪੋਰਟੈਂਟ ਥਿਊਰਮ ਆ ਜਾਂਦੀ ਹੈ ਡੈਫੀਨੇਸ਼ਨਸ ਨੇ ਪਹਿਲੇ ਡੈਫੀਨੇਸ਼ਨਸ ਕਲੀਅਰ ਕਰੋ। ਡੈਫੀਨੇਸ਼ਨ 10 ਹੈ ਡਾਇਰੈਕਟ ਸਮ ਆਫ ਦਾ ਟੂ ਸਬਸਪੇਸਿਸ। ਹੁਣ ਡਾਇਰੈਕਟ ਸਮ ਦਾ ਮਤਲਬ ਤਾਂ ਹੁੰਦਾ ਜੋੜਨਾ ਠੀਕ ਹੈ ਨਾ ਐਡੀਸ਼ਨ ਤੇ ਡਾਇਰੈਕਟ ਸਮ ਦਾ ਕੀ ਮਤਲਬ ਹੋਊਗਾ। ਹੁਣ ਦੇਖੋ ਇਹ ਵੈਕਟਰ ਸਪੇਸ ਹੈ ਆਪਾਂ ਕੋਈ ਵੀ ਵੈਕਟਰ ਸਪੇਸ ਲੈ ਲਈ ਠੀਕ ਹੈ ਓਵਰ ਦਾ ਫੀਲਡ F ਲੈ ਲਈ ਉਹਨੂੰ ਆਪਾਂ ਡਾਇਰੈਕਟ ਸਮ ਕਦੋਂ ਕਵਾਂਗੇ ਡਾਇਰੈਕਟ ਸਮ। ਹੁਣ ਇਹਦੇ ਵਿੱਚ ਡਾਇਰੈਕਟ ਸਮ ਦਾ ਜ਼ਿਕਰ ਹੋਇਆ ਕਹਿੰਦੇ ਡਾਇਰੈਕਟ ਸਮ ਆਫ ਦਾ ਟੂ ਸਬਸਪੇਸਿਸ ਕਿਹੜੀਆਂ W1 ਤੇ W2 ਦੋ ਸਬਸਪੇਸਿਸ ਨੇ ਠੀਕ ਹੈ। ਅਗਰ ਮੈਂ ਡਾਇਰੈਕਟ ਸਮ ਕਰ ਰਿਹਾ ਤਾਂ ਉਹਨੂੰ ਰਿਪਰੈਜ਼ੈਂਟ ਕਿੱਦਾਂ ਦਾ ਕਰੂੰਗਾ ਐਡੀਸ਼ਨ ਪਾ ਕੇ ਉਹਦੇ ਉੱਤੇ ਗੋਲਾ ਇਸ ਤਰ੍ਹਾਂ ਆਪਾਂ ਨੋਟੇਸ਼ਨ ਨੂੰ ਯੂਜ਼ ਕਰਾਂਗੇ ਐਡੀਸ਼ਨ ਨਾਲ ਗੋਲਾ। ਕਹਿੰਦੇ ਇਹਨੂੰ ਡਾਇਰੈਕਟ ਸਮ ਕਦੋਂ ਕਵਾਂਗੇ ਇਫ ਐਵਰੀ ਐਲੀਮੈਂਟ ਆਫ V ਮੈਂ ਲੈ ਲੈਂਦਾ ਕਿ ਜਿਵੇਂ ਆਪਣੇ ਕੋਲ ਕੋਈ V1 ਹੈ ਐਲੀਮੈਂਟ ਹੈ ਇੱਥੇ V2 ਐਲੀਮੈਂਟ ਹੈ V3 ਐਲੀਮੈਂਟ ਹੈ ਕੈਪੀਟਲ V ਦੇ ਵਿੱਚੋਂ ਤੇ ਕੋਈ ਵੀ ਇੱਕ ਐਲੀਮੈਂਟ ਲੈ ਲਿਆ V ਲੈ ਲਿਆ ਜੀ V1 ਲੈ ਲਿਆ ਕੈਨ ਬੀ ਯੂਨੀਕਲੀ ਐਕਸਪ੍ਰੈਸਡ ਯੂਨੀਕਲੀ ਮਤਲਬ ਉਹਨੂੰ ਕਿ ਇਹ ਤੋਂ ਇਲਾਵਾ ਇਹਨੂੰ ਕਿੱਦਾਂ ਐਕਸਪ੍ਰੈਸ ਕਰ ਹੀ ਨਹੀਂ ਸਕਦੇ ਇਸ ਐਲੀਮੈਂਟ ਨੂੰ ਇਹਦੇ ਤੋਂ ਇਲਾਵਾ ਜਿਹੜੀ ਫਾਰਮ ਦੱਸ ਰਿਹਾ ਇਹ ਤੋਂ ਇਲਾਵਾ ਆਪਾਂ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ ਤੇ V1 U1 U2 ਤੇ U1 ਤੇ U2 ਦੋਨੋਂ ਐਲੀਮੈਂਟ ਇੱਕ ਜਿਹੜਾ U1 ਐਲੀਮੈਂਟ ਹੋਏਗਾ ਉਹ W1 ਨੂੰ ਬਿਲੋਂਗ ਕਰੇਗਾ ਤੇ ਜਿਹੜਾ U2 ਐਲੀਮੈਂਟ ਹੋਏਗਾ ਉਹ W2 ਨੂੰ ਬਿਲੋਂਗ ਕਰੇਗਾ। ਜੇ ਇਦਾਂ ਹੋ ਜਾਏਗਾ ਤੇ V ਆਪਣੇ ਕੋ ਐਲੀਮੈਂਟ ਹੈ V1 ਜਿਹੜਾ ਐਲੀਮੈਂਟ ਹੈ ਉਹ ਬਿਲੋਂਗ ਕਰ ਰਿਹਾ ਕੈਪੀਟਲ V ਨੂੰ ਤੇ ਇਹ ਜੇ ਇਦਾਂ ਦਾ ਹੋ ਜਾਏਗਾ ਤੇ ਜਦੋਂ ਸਮ ਕਰਾਂਗੇ ਉਹਨੂੰ ਕਹਾਂਗੇ ਦੈਟ ਇਜ਼ ਆਪਣੇ ਕੋਲ ਡਾਇਰੈਕਟ ਸਮ। ਹੁਣ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ V ਹੋ ਗਿਆ ਉਹ ਇਕੁਅਲ ਟੂ ਹੋ ਗਿਆ W1 ਡਾਇਰੈਕਟ ਸਮ ਆਫ W2। ਇਹਦਾ ਮਤਲਬ ਹੈ ਕਿ V ਇਜ਼ ਡਾਇਰੈਕਟ ਸਮ ਆਫ ਦਾ W1 plus W2 ਤੇ ਇਹਦਾ ਮਤਲਬ ਕਿ V W1 plus W2 ਦੇ ਬਰਾਬਰ ਹੈ ਬਟ W1 plus W2 ਜ਼ਰੂਰੀ ਨਹੀਂ ਹੈ ਕਿ ਵੀਕ ਹੈ। ਉਹਨੇ ਉਹ ਵੀ ਕਿਹਾ ਕਿ ਇਹਦਾ ਕਨਵਰਸ ਪਾਰਟ ਟਰੂ ਨਹੀਂ ਹੋਏਗਾ ਇਹਦਾ ਕਨਵਰਸ ਪਾਰਟ ਟਰੂ ਨਹੀਂ ਹੋਏਗਾ ਇਟ ਮੀਨਸ ਕਿ W1 plus W2 is not equal to V। ਕਹਿੰਦੇ ਕਿ V W1 plus W2 ਇਹਨਾਂ ਦਾ ਸਮ ਬਰਾਬਰ ਹੋ ਸਕਦਾ ਹੈ V ਦੇ ਪਰ ਜ਼ਰੂਰੀ ਨਹੀਂ ਹੈ ਕਿ ਇਹਦੇ ਆਉਣ ਵਾਲੇ ਟਾਈਮ ਤੇ ਇਹਦਾ ਕਨਵਰਸ ਪਾਰਟ ਟਰੂ ਹੋਏਗਾ ਠੀਕ ਹੈ ਨਾ। ਤੇ ਇਹ ਹੋਗੀ ਆਪਣੇ ਕੋਲ ਡੈਫੀਨੇਸ਼ਨ ਨੰਬਰ 10 ਡਾਇਰੈਕਟ ਸਮ ਦੀ। ਅੱਗੇ ਆ ਗਈ ਕੰਪਲੀਮੈਂਟਰੀ ਸਬਸਪੇਸਿਸ। ਕਹਿੰਦੇ ਐਨੀ ਟੂ ਸਬਸਪੇਸਿਸ ਹੁਣ ਦੋ ਸਬਸਪੇਸਿਸ ਲੈ ਰਹੀਆਂ ਹੁਣ ਸਬਸਪੇਸ ਦਾ ਮਤਲਬ ਹੈ ਕਿ W1 ਵੀ ਸਬਸਪੇਸ ਹੈ ਵੈਕਟਰ ਫੀਲਡ F ਦੀ W2 ਵੀ ਸਬਸਪੇਸ ਹੈ ਵੈਕਟਰ ਫੀਲਡ F ਦੀ। ਕਹਿੰਦੇ ਇਹ ਦੋਨੋਂ ਆਪਣੇ ਕੋ ਕੰਪਲੀਮੈਂਟਰੀ ਕਦੋਂ ਹੋਗੀ ਕੰਪਲੀਮੈਂਟਰੀ ਦਾ ਮਤਲਬ ਹੈ ਕਿ ਇਫ ਅਗਰ ਮੈਂ ਕੋਈ ਸੈੱਟ ਦੇ ਵਿੱਚੋਂ ਐਲੀਮੈਂਟ ਜਿਵੇਂ ਆ ਸੈੱਟ ਹੈ V ਦਾ ਉਹਦੇ ਵਿੱਚੋਂ ਇੱਕ ਐਲੀਮੈਂਟ ਲੈ ਲੈਂਦਾ V ਲੈ ਲਿਆ ਮੰਨ ਲਓ ਆਪਾਂ V ਐਲੀਮੈਂਟ ਲੈ ਲਿਆ ਵੱਡੇ ਵਾਲੇ V ਤੋਂ ਤੇ U1 ਐਲੀਮੈਂਟ ਲੈ ਲਿਆ W1 ਤੋਂ ਤੇ U2 ਐਲੀਮੈਂਟ ਲੈ ਲਿਆ W2 ਤੋਂ। ਅਗਰ ਮੈਂ V ਨੂੰ ਦੇ ਐਲੀਮੈਂਟ ਨੂੰ ਐਕਸਪ੍ਰੈਸ ਕਰ ਦਿੱਤਾ U1 plus U2 ਦੇ ਵਿੱਚ ਦੇ ਫਾਰਮ ਦਾ ਐਲੀਮੈਂਟਰੀ ਹੁਣ ਦੇਖੋ V ਨੂੰ ਐਕਸਪ੍ਰੈਸ ਕਰ ਦਿੱਤਾ ਇਜ਼ ਇਕੁਅਲ ਟੂ U1 plus U2 ਤੇ V ਇਜ਼ ਇਕੁਅਲ ਟੂ
किहदे बराबर हो गया W1 डायरैक्ट सम ऑफ द W2। फॉर एग्जाम्पल देखो, एग्जाम्पल देना ज़्यादा क्लियर होएगा। कॉम्प्लीमेंट्री सबस्पेसिस कहते कि अगर अपने को V2R है, ਹੁਣ V2R ਦਾ ਕੀ मतलब है कि टू डिमेंशन है। V2R ਦਾ मतलब है टू डिमेंशन है ओवर द फील्ड अपने को रियल नंबर दी फील्ड है। R अपने को F ਦੇ बराबर है, दैट इज अ रियल नंबर है। ठीक है, टू डिमेंशन है तो टू डिमेंशन ਦੇ ਵਿੱਚ ਕਿੱਦਾਂ ਦੇ ਐਲੀਮੈਂਟ ਹੋ ਗਏ x, y वाले, x, y वाले एलिमेंट ने। ਹੁਣ ਉਹ ਕਹਿ ਰਿਹਾ कि W1 सबस्पेस है V2R ਦੀ। ਉਹਨੇ ਲਿਖਿਆ ਕਿ ਦਿਸ ਆਰ ਦਾ ਸਬਸਪੇਸ ਆਫ V2R ਤੇ ਉਹਦੇ ਵਿੱਚ ਐਲੀਮੈਂਟ ਸੈੱਟ ਕਿੱਦਾਂ ਦਾ ਆ 1 0 ਟਾਈਪ ਦਾ ਸੈੱਟ ਹੈ ਤੇ W2 ਸੈੱਟ ਕਿੱਦਾਂ ਦਾ 0 1 ਟਾਈਪ ਦਾ ਸੈੱਟ ਹੈ ਤੇ ਇਹਦੇ ਵਿੱਚ ਐਲੀਮੈਂਟ 1 0 ਵਰਗੇ ਹੋਗੇ, ਇਹਦੇ ਵਿੱਚ 0 1 ਵਰਗੇ ਹੋਗੇ। ਕਹਿੰਦੇ ਐਨੀ ਵੈਕਟਰ, ਹੁਣ ਆਪਾਂ ਲੈ ਲਿਆ, ਮੈਂ ਕੀ ਉੱਪਰ ਵਾਲੀ ਡੈਫੀਨੇਸ਼ਨ ਕਿਹਾ ਕਿ ਕੋਈ ਵੀ ਵੈਕਟਰ ਲੈਣਾ ਕਿਹਦੇ ਵਿੱਚੋਂ V ਦੇ ਵਿੱਚੋਂ। ਆਪਾਂ ਲੈ ਲਿਆ XY ਵੈਕਟਰ ਲੈ ਲਿਆ ਕਿਹਦੇ ਵਿੱਚੋਂ V2R ਦੇ ਵਿੱਚੋਂ, ਉਹਨੂੰ ਐਕਸਪ੍ਰੈਸ ਕਰ ਦਿੱਤਾ ਇਨ वन एंड ओनली वन। वन एंड ओनली वन का मतलब है यूनीकनेस। ऊपर यूनीकली वर्ड क्या है, उसी चीज़ में यूनीकली आप इतने कर देता वन एंड ओनली वन, दैट इज ए यूनीक वे एज अपने को एक्सप्रैस कर सकते हैं। V इज इक्वल टू प्लस U2। ਹੁਣ U एलिमेंट किदा दा है, U1 एलिमेंट किदा दा है x, 0 ਜਿਹੜਾ ਬਿਲੋਂਗ ਕਰ ਰਿਹਾ W1 ਨੂੰ। ਹੁਣ U2 एलिमेंट किदा दा है 0, y ਜਿਹੜਾ ਬਿਲੋਂਗ ਕਰ ਰਿਹਾ W2 ਨੂੰ। ਤੇ ਇਹਨਾਂ ਦੋਨਾਂ ਦਾ ਸਮ ਕਰ ਦਿੱਤਾ। x0 ਬਿਲੋਂਗ ਕਰ ਰਿਹਾ W1 ਨੂੰ, 0y ਬਿਲੋਂਗ ਕਰ ਰਿਹਾ W2 ਨੂੰ ਤੇ ਮੈਂ ਐਕਸਪ੍ਰੈਸ ਕਰ ਦਿੱਤਾ दैट इज अपने को V2R इज इक्वल टू W1 डायरेक्ट सम ऑफ द W2। दे आर द कॉम्प्लीमेंट्री सबस्पेसिस। ਸਾਡੇ को प्रूफ हो जाएगा। एग्जाम्पल नंबर 2 भी सेम है अपने को कि V3 है। ਹੁਣ अपने को V3 का मतलब है 3 डिमेंशन है, 3 डिमेंशन है V3 अपने को V3R है। इट मीन्स कि अपने को एलिमेंट कितना दे होगे x, y, z वाले, x, y, z वाले एलिमेंट होगे तो फील्ड अपने को रियल नंबर दी है। फिर उन्होंने कहा था अपने को x, y, z वाले है तो उन्होंने नाल ही कह दिता कि जो W1 है वो हैगा आ B दा YZ प्लेन। ਹੁਣ YZ प्लेन है ਜਿਹਦੇ ਵਿੱਚ x0 है। ਇਹ ਜ਼ਰੂਰ याद रखना कि अगर YZ प्लेन है ਉਹਦੇ ਵਿੱਚ x0 ਹੋਏਗਾ ਆਲਵੇਜ਼। अगर ZX प्लेन है ਹੁਣ ਜਿਵੇਂ ਉਹਨੇ ਕਿਹਾ ਹੈ कि W2 B ਦਾ x एक्सिस। ਹੁਣ WP ਜਿਵੇਂ x एक्सिस ਤੇ ਹੈ, x एक्सिस ਤੇ ਆਪਣੇ ਕੀ ਹੋਏਗਾ y भी 0 होएगा, z भी 0 होएगा। ये जरूर याद रखना है, दोनों चीज़ें इंपॉर्टेंट ने। अगर YZ प्लेन है तो ਉਹਦੇ ਵਿੱਚ x 0 होएगा ਆਲਵੇਜ਼। अगर x एक्सिस ਤੇ ਲਾਈ ਕਰ ਰਿਹਾ ਤੇ ਉਹਦੇ ਵਿੱਚ y ਤੇ z ਦੋਨੋਂ 0 ਹੋਊਗੇ। ਉਹਦੇ ਨਾਲ ਹੀ ਆਪਾਂ ਸੈੱਟ ਬਣਾ ਲਿਆ। ਹੁਣ W1 ਵਾਲਾ ਸੈੱਟ ਕੀ ਸੀਗਾ YZ प्लेन ਦੇ ਵਿੱਚ ਜਿਹਦੇ ਵਿੱਚ x इज ਆਲਵੇਜ਼ 0 ਤੇ y ਤੇ z ਇੱਦਾਂ ਹੀ ਰਹੇਗਾ। y ਤੇ z अपने को रियल नंबर में बिलोंग करेगा। ਹੁਣ ਉਹ कह रहा है कि W2 अपने को x एक्सिस है, इट मीन्स कि x रहेगा y ਤੇ z 0 हो जाएगा तो x बिलोंग कर रहा है रियल नंबर ਨੂੰ। ਹੁਣ ਆਪਾਂ इस सैट ਦੇ ਵਿੱਚੋਂ V3R अपने को किदा ਦਾ एलिमेंट है x, y, z एक एलिमेंट ले लिया V3R ਚੋਂ, ਉਹਨੂੰ इफ ओनली एंड ओनली एक्सप्रैस मतलब यूनिकली एक्सप्रैस कर सकते हैं एक्स वाई Z इज इक्वल टू 0 x। ਹੁਣ देखो अपने को ਜਿਹੜਾ 0 YZ एलिमेंट है वो W1 ਦੇ ਵਿੱਚੋਂ ਦੀ है और x00 एलिमेंट है वो W2 ਦੇ ਵਿੱਚੋਂ ਦੀ है ਤੇ ਇਹਨੂੰ ਐਕਸਪ੍ਰੈਸ ਕਰ ਦਿੱਤਾ ਇਸ ਫਾਰਮ ਦੇ ਵਿੱਚ। ਫਿਰ ਆਪਾਂ ਕਹਿ ਸਕਦੇ ਹਾਂ कि V3R इज इक्वल टू W1 डायरेक्ट सम ऑफ द W2। ठीक है, सेम ਆਪਾਂ ਉਹਨੂੰ ਕਹਿ ਸਕਦੇ W1 एंड W2 दे आर द कॉम्प्लीमेंट्री सबस्पेसिस। ठीक है जी। थर्ड एग्जाम्पल भी सेम इदा दी है। कहते V3R है, 3 डिमेंशनल सरफेस है, एक्स वाई जेड आ जाएगा। W1 भी अपने को सेम है, ਉਹਦੇ ਵਿੱਚੋਂ देखो एक्स वाई है तो Z 0 है, एक्स वाई है तो Z 0, इट मीन्स कि एक्स वाई प्लेन हो गया, एक्स वाई प्लेन हो गया। इदा ही अपने को W2 है ਉਹਦੇ ਵਿੱਚ ਕੀ ਹੋ ਗਿਆ YZ प्लेन हो गया। कई बार डायरैक्ट साढ़े को सैट भी दे देता, कई बार उन्होंने क्या भी हो सकता है कि W1 इज ऑन द एक्स वाई प्लेन, W2 इज ऑन द YZ प्लेन तो सानू सैट अपने आप बनाना पड़ेगा। ये जिमें उन्होंने लिखा होया। ਹੁਣ ਉਹ ਕਹਿ ਰਿਹਾ कि W3 इज नॉट इक्वल टू W1 डायरेक्ट सम ऑफ द W2। ਕਹਿੰਦੇ ਜੇ ਇਕੁਅਲ ਨਹੀਂ ਹੈਗੇ ਆ ਬਟ V3 ਆਪਣੇ ਕੋ ਇਹਨਾਂ ਦੇ ਡਾਇਰੈਕਟ ਸਮ ਦੇ ਇਕੁਅਲ ਨਹੀਂ ਹੈ ਬਟ ਸਮ ਦੇ ਬਰਾਬਰ ਹੈ। ਹੁਣ ਆਪਾਂ ਇਹਨੂੰ ਪ੍ਰੂਫ ਕਰਦੇ ਦੇਖਦੇ ਹਾਂ। ਆਪਾਂ ਕੋਈ ਐਲੀਮੈਂਟ ਲੈ ਲਿਆ V3 ਦੇ ਵਿੱਚੋਂ ਉਹਨੂੰ ਐਕਸਪ੍ਰੈਸ ਕਰ ਦਿੱਤਾ
एक्स वाई जेड इज इक्वल टू एक्स 3/4 ऑफ वाई 0 0 वाई बाई फोर्थ ऑफ जेड। ਹੁਣ ਦੇਖੋ ਇਹ ਵਾਲਾ ਐਲੀਮੈਂਟ W1 ਨੂੰ ਬਿਲੋਂਗ ਕਰ ਰਿਹਾ, ਇਹ ਵਾਲਾ ਐਲੀਮੈਂਟ W2 ਨੂੰ ਬਿਲੋਂਗ ਕਰ ਰਿਹਾ। ਹੁਣ ਇਹਨਾਂ ਦੋਨਾਂ ਦਾ ਸਮ ਕਰਾਂਗੇ। ਹੁਣ ਦੇਖੋ ਕੀ ਆਂਦਾ ਇਹਨਾਂ ਦੋਨਾਂ ਦਾ ਸਮ ਕਰਕੇ ਆਂਦਾ ਸਾਡੇ ਕੋਲ ਸਮ ਤਾਂ ਆਪਾਂ ਕੀਤਾ ਹੀ ਹੈ x y z ਦੇ ਬਰਾਬਰ ਹੈ। ਹੁਣ ਇੱਦਾਂ ਹੀ ਆਪਾਂ ਦੂਸਰਾ ਸੈੱਟ ਲੈ ਲਿਆ x y z ਆਪਣੇ ਕੋਲ 0 y/3 ਤੇ 0 0 2/3 y ਤੇ z। ਫਿਰ ਆਪਾਂ x y z ਨੂੰ ਯੂਨੀਕਲੀ ਐਕਸਪ੍ਰੈਸ ਕਰ ਦਿੱਤਾ। ਹੁਣ ਐਡੀਸ਼ਨ ਕਰਾਂਗੇ तो x 0 x बनेगा y/3 प्लस 2/3 y दैट इज अपने को फिर y बन जाएगा तो 0 प्लस z अपने को z बन जाएगा। तो हम मेरे को आ वाला सैट भी अपने को W1 ਨੂੰ ਬਿਲੋਂਗ ਕਰ ਰਿਹਾ, ਆ ਵਾਲਾ ਸੈੱਟ ਵੀ ਆਪਣੇ ਕੋ W1 ਨੂੰ ਬਣ ਰਿਹਾ। ਬਟ ਜਿਹੜੀ ਡੈਫੀਨੇਸ਼ਨ ਸੀਗੀ, ਡੈਫੀਨੇਸ਼ਨ ਕੀ ਕਹਿੰਦੀ ਸੀਗੀ, ਜੇ ਡਾਇਰੈਕਟ ਸਮ ਦੀ ਡੈਫੀਨੇਸ਼ਨ ਕੀ ਕਹਿੰਦੀ ਸੀ ਕਿ ਵੀ ਕੈਨ ਬੀ ਯੂਨੀਕਲੀ ਐਕਸਪ੍ਰੈਸਡ। ਯੂਨੀਕਲੀ ਦਾ ਮਤਲਬ ਸਿਰਫ ਇੱਕ ਤਰੀਕੇ ਨਾਲ ਐਕਸਪ੍ਰੈਸ ਹੋ ਸਕਦਾ, बट ये आप दो तरीके एक्सप्रैस कर दिते। इस केस च देखो आप इनू भी W1 का बनाता, इनू भी W बनाता, भी एक्स वाई जेड एक्सप्रैस हो गया। फिर आप इस केस च फिर वही कर दिता, एक्स वाई जेड नू कोई दो एलीमेंट होर भी ने W1 के वो भी एक्सप्रैस कर दिता। इट मीनस कि W1 W2 आर द नॉट कॉम्पलीमेंट्री सबस्पेसिस। तो जे अपने को W1 W2 कॉम्पलीमेंट्री सबस्पेस नहीं है, इट मीनस कि V इज नॉट इक्वल टू W1 प्लस डायरेक्ट सम ऑफ W2। ये याद रखना है जी। जो अपने को V इज नॉट इक्वल टू W1 डायरेक्ट सम ऑफ द W2, इट मीन्स कि V डज नॉट एक्सप्रेस यूनिकली in the form of U1 plus U2 where U1 belongs to W1 and U2 belongs to W2। ठीक है, अगर ये इक्वल नहीं हो गए तो V एलीमेंट जोड़ा होएगा कैपिटल V का वो एक्सप्रैस नहीं होएगा यूनिकली एक्सप्रैस। आप यूनिकली एक्सप्रैस नहीं होएगा, ये जरूर याद रखना है। यूनिकली एक्सप्रैस नहीं होएगा तो अपने को कॉम्पलीमेंट्री सबस्पेसिस नहीं होणगियां। ਹੁਣ फोर्थ एग्जाम्पल है कि उन्हें V कोई मैट्रिसिस कोई सैट ले लिया जिहदे मैट्रिसिस वर्गे एलीमेंट है एक्स वाई जैड डबलू, तो एक्स वाई जैड डबलू अपने को रियल नंबर्स ने 2/2 मैट्रिसिस का सैट ले लिया। तो W1 अपने को ले ली, W2 ले ली, वो भी मैट्रिसिस की फॉर्म च है 0 y 0 1 0 x 0 z डबलू। हम देखो आप एक एलीमेंट ले लिया V ਦੇ ਵਿੱਚੋਂ एक्स वाई z डबलू, ਉਹਨੂੰ ਆਪਾਂ एक्सप्रैस कर सकते हैं इन द फॉर्म ऑफ W1 एंड W2। जे अपने को एक्सप्रैस कर देता इट मीन्स कि दे आर द कॉम्पलीमेंट्री सबस्पेसिस। अगर एक तो ज़्यादा सब एलीमेंट के नाल भी एक्सप्रैस हो रहा फिर वो कॉम्पलीमेंट्री सबस्पेसिस नहीं होगी, ये जरूर याद रखना। फिर अगली इंपॉर्टेंट डेफिनेशन है कि अपने को डिसजॉइंट सबस्पेसिस। हुण डिसजॉइंट का मतलब है कि इन्हां दोनों च कॉमन जी कॉमन की गल हो रही है। डिसजॉइंट का मतलब है कॉमन। कहते कि एनी टू सबस्पेसिस W1 एंड W2 आर द वैक्टर स्पेस है आर से टू बी डिसजॉइंट। कहते कि उन्होंने आप डिसजॉइंट कदों कहांगे इफ कि उन्होंने दोनों के इंटरसैक्शन करन ते, इंटरसैक्शन मतलब कॉमन लैन ते साडे को जीरो सबस्पेस आवे, जीरो स्पेस आवे। मतलब कि कोई भी एलीमेंट साडे को सिर्फ एको ही एलीमेंट कॉमन होना चाहिए, केड़ा जीरो, जीरो एलीमेंट कॉमन होना चाहिए, होर कोई एलीमेंट कॉमन नहीं होना चाहिए। ठीक है जी, ये होगी डेफिनेशन साडे को डिसजॉइंट सबस्पेसिस। अगली आंदी है आइडेंटिकल सबस्पेसिस। आइडेंटिकल सबस्पेसिस का मतलब कहते दो वैक्टर स्पेस ले लो U तो V, जिदा आप W1 W2 लईए उदा ही वैक्टर स्पेस ले ली U तो V। कहते उन्होंने आइडेंटिकल कहांगे कदों इफ एंड ओनली इफ एंड ओनली का मतलब है कि एक दूसरे के सबस्पेसिस होऊगे, एक दूजे के सबस्पेस होऊगे। ईच इज ए सबस्पेसिस ऑफ अवर, मतलब कि U इज अ सबसैट ऑफ V एंड V इज अ सबसैट ऑफ U। दा आप कह सकते दे आर द आइडेंटिकल सबस्पेसिस। तो आप रिजल्ट कह सकते U इज इक्वल टू V, दे आर द आइडेंटिकल। अगर ये एक दूजे के सबस्पेस होऊगे तो ही ये दोनों आपस में बराबर हो सकते, तो उन्होंने आइडेंटिकल कहा जा सकता। ठीक है जी, डेफिनेशंस क्लीयर हो गई सारिया। हम डेफिनेशन क्लीयर होने तो बाद आप थ्योरम ते जाना है।